ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 27ਵਾਂ। ਕਿ ਅਕਾਲੀ ਲੀਡਰਸ਼ਿਪ ਵਿੱਚ ਬੁਜ਼ਦਲੀ ਨੇ ਜ਼ੋਰ ਫੜ ਲਿਆ ਸੀ। ਇਸ ਤਰ੍ਹਾਂ ਦੇ ਉਪਰੋਕਤ ਸਵਾਲਾਂ ਨੂੰ ਦੋ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਸਕਦਾ ਹੈ। ਇੱਕ ਸੂਰਬੀਰਤਾ ਜਾਂ ਬੁਜ਼ਦਲੀ ਨੂੰ ਕਿਸੇ ਵਿਅਕਤੀ ਨੇ ਨਿਰੇ ਸ਼ਖਸੀ ਗੁਣ ਔਗਣ ਵਜੋਂ ਦੇਖਣਾ। ਦੂਜਾ ਰਾਜਸੀ ਖੇਤਰ ਅੰਦਰ ਸਰਗਰਮ ਕਿਸੇ ਵਿਅਕਤੀ ਦੇ ਕਿਰਦਾਰ ਅਤੇ ਵਿਹਾਰ ਨੂੰ ਨਿਰਾ ਸ਼ਖਸੀ ਪੱਖਾਂ ਤੱਕ ਸੁੰਗੇੜ ਦੇਣਾ ਜਾਂ ਦੇਣ ਦੀ ਬਜਾਏ ਵਿਚਾਰਧਾਰਕ ਅਤੇ ਰਾਜਨੀਤਿਕ ਚੌਖੜੇ ਵਿੱਚ ਰੱਖ ਕੇ ਸਮਝਣਾ। ਭਾਵੇਂ ਇਹ ਗੱਲ ਠੀਕ ਹੈ ਕਿ ਕੁਝ ਵਿਅਕਤੀ ਆਪਣੀ ਮੂਲ ਫਿਤਰਤ ਪੱਖੋਂ ਹੀ ਨਿਡਰ ਜਾਂ ਡਰਪੋਕ ਸੁਭਾਅ ਦੇ ਹੁੰਦੇ ਹਨ, ਪਰ ਜੇਕਰ ਇਸ ਧਾਰਨਾ ਨੂੰ ਇੱਕ ਪਰਮ ਸੱਚ ਮੰਨ ਕੇ ਚੱਲਿਆ ਜਾਂਦਾ ਹੈ ਤਾਂ ਰਾਜਸੀ ਆਗੂਆਂ ਤੇ ਵਿਅਕਤੀਆਂ ਦੇ ਚਰਿੱਤਰ ਮੁਲੰਕਣ ਦੇ ਮਾਮਲੇ ਵਿੱਚ ਵੱਡੀਆਂ ਗਲਤੀਆਂ ਲਈ ਰਾਹ ਖੁੱਲ ਜਾਂਦਾ ਹੈ। ਕੁਰਬਾਨੀ ਆਪਣੇ ਆਪ 'ਚ ਕੋਈ ਨਿਰਪੇਖ ਸ਼ੈ ਨਹੀਂ ਹੁੰਦੀ। ਇਹ ਵਿਚਾਰਧਾਰਕ ਅਤੇ ਰਾਜਸੀ ਅਮਲ ਨਾਲ ਜੁੜਿਆ ਹੋਇਆ ਇੱਕ ਬਹੁਤ ਹੀ ਉੱਚ ਪਾਏ ਦਾ ਰਾਜਸੀ ਕਾਰਨਾਮਾ ਹੁੰਦਾ ਹੈ। ਕੁਰਬਾਨੀ ਕਿਸੇ ਕਾਜ ਦੀ ਪੂਰਤੀ ਲਈ ਦਿੱਤੀ ਜਾਂਦੀ ਹੈ। ਸੋ ਕੁਰਬਾਨੀ ਦਾ ਜਜ਼ਬਾ ਕਾਜ ਪ੍ਰਤੀ ਨਿਸ਼ਚਾ ਅਤੇ ਪ੍ਰਤੀਬੱਧਤਾ ਦਾ ਪ੍ਰਤੀਕ ਹੁੰਦਾ ਹੈ। ਕਿਸੇ ਕਾਜ ਲਈ ਜੂਝ ਰਹੇ ਮਨੁੱਖ ਵੱਲੋਂ ਕੁਰਬਾਨੀ ਇਸ ਉਮੀਦ ਅਤੇ ਵਿਸ਼ਵਾਸ ਆਸਰੇ ਦਿੱਤੀ ਜਾਂਦੀ ਹੈ ਕਿ ਉਹ ਉਸ ਦੇ ਕਾਜ ਨੂੰ ਅੱਗੇ ਲਿਜਾਣ ਵਿੱਚ ਸਹਾਈ ਹੋਵੇਗੀ। ਕੁਰਬਾਨੀ ਦਾ ਚਾਓ ਅਤੇ ਜਜ਼ਬਾ ਇਸੇ ਵਿਸ਼ਵਾਸ ਚੋਂ ਪੈਦਾ ਹੁੰਦਾ ਹੈ। ਜੇਕਰ ਇਹ ਵਿਸ਼ਵਾਸ ਨਾ ਹੋਵੇ ਤਾਂ ਕੁਰਬਾਨੀ ਵਿਅਰਥ ਜੀਵਨ ਗਵਾਉਣ ਵਰਗੀ ਗੱਲ ਜਾਪਣ ਲੱਗ ਪੈਂਦੀ। ਭਾਵੇਂ ਕੁਝ ਸਿਰੜੀ ਤੇ ਸਿਦਕੀ ਬੰਦਿਆਂ ਵੱਲੋਂ ਕਿਸੇ ਬੰਦਸ਼ ਅਤੇ ਮਜਬੂਰੀ ਤਹਿਤ ਅਜਿਹੇ ਵਿਸ਼ਵਾਸ ਦੀ ਗੈਰ ਮੌਜੂਦਗੀ ਵਿੱਚ ਵੀ ਖਿੜੇ ਮੱਥੇ ਜ਼ਿੰਦਗੀਆਂ ਵਾਰਨ ਦੀਆਂ ਉਤਸ਼ਾਹੀ ਉਦਾਹਰਣਾਂ ਮਿਲ ਜਾਂਦੀਆਂ ਹਨ, ਪਰ ਅਜਿਹਾ ਜ਼ਿਆਦਾ ਕਰਕੇ ਸ਼ਹਾਦਤ ਦੀ ਠੁੱਕ ਅਤੇ ਮਰਿਆਦਾ ਕਾਇਮ ਰੱਖਣ ਦੇ ਜਜ਼ਬੇ ਅਤੇ ਸਰੋਕਾਰ ਦੇ ਅਧੀਨ ਹੀ ਕੀਤਾ ਜਾਂਦਾ ਹੈ। ਫਿਰ ਵੀ ਅਜਿਹੀਆਂ ਉਦਾਹਰਣਾਂ ਟਾਵੀਆਂ ਹੀ ਹੁੰਦੀਆਂ ਹਨ। ਆਮ ਮਨੁੱਖ ਕੁਰਬਾਨੀ ਦੀ ਸਾਰਥਿਕਤਾ ਬਾਰੇ ਉਪਜੇ ਸ਼ੰਕਿਆਂ ਦੇ ਸਨਮੁਖ ਦਲੀਲੀ ਪੈ ਜਾਂਦੇ ਹਨ। ਅਜਿਹੀ ਮਨੋ ਅਵਸਥਾ 'ਚ ਘਿਰਿਆ ਆਦਮੀ ਮੌਤ ਤੋਂ ਬਚਣ ਲਈ ਕਿਹੜਾ ਢੰਗ ਅਖਤਿਆਰ ਕਰਦਾ ਹੈ, ਇਹ ਵੱਧ ਹਾਲਾਤ ਅਤੇ ਬੰਦੇ ਦੀ ਔਕਾਤ ਤੇ ਮੁਨੱਸਰ ਹੁੰਦਾ ਹੈ। ਸੋ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦੁਆਰਾ ਕੁਰਬਾਨੀ ਦੇਣ ਤੋਂ ਭੱਜ ਨਿਕਲਣ ਦੇ ਕਰਮ ਨੂੰ ਜੇਕਰ ਉਹਨਾਂ ਦੀ ਬੁਜ਼ਦਲੀ ਦਾ ਨਾਮ ਵੀ ਦੇਣਾ ਹੈ ਤਾਂ ਇਸ ਬੁਜ਼ਦਲੀ ਨੂੰ ਵੱਧ ਉਪਰੋਕਤ ਦ੍ਰਿਸ਼ਟੀਕੋਣ ਤੋਂ ਦੇਖਣ ਅਤੇ ਸਮਝਣ ਦੀ ਲੋੜ ਹੈ। ਆਮ ਤੌਰ ਤੇ ਹੁੰਦਾ ਇਹ ਹੈ ਕਿ ਕਾਜ ਲਈ ਆਪਾ ਵਾਰਨ ਚੱਲੇ ਕਿਸੇ ਆਗੂ ਨੂੰ ਜੇਕਰ ਆਪਣੀ ਸ਼ਹਾਦਤ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਮੁਖਾਤਬ ਹੋਣ ਦਾ ਮੌਕਾ ਜੁੜ ਜਾਵੇ ਤਾਂ ਉਸ ਦੇ ਬੋਲਾਂ ਦੇ ਸ਼ਬਦਾਂ ਚੋਂ ਉਸ ਦੀ ਸ਼ਹਾਦਤ ਦੇ ਸੰਘਰਸ਼ ਉੱਤੇ ਪੈਣ ਵਾਲੇ ਉਤਸ਼ਾਹੀ ਪ੍ਰਭਾਵਾਂ ਬਾਰੇ ਡੂੰਘਾ ਵਿਸ਼ਵਾਸ ਝਲਕ ਰਿਹਾ ਹੁੰਦਾ ਹੈ। ਉਹ ਇਸ ਭਰੋਸੇ ਨਾਲ ਸਰਸ਼ਾਰ ਹੋਇਆ ਆਪਾ ਨਿਸ਼ਾਵਰ ਕਰਦਾ ਹੈ ਕਿ ਉਸ ਦੀ ਸ਼ਹਾਦਤ ਨਾਲ ਉਸ ਦੇ ਆਦਰਸ਼ਾਂ, ਉਸ ਦੇ ਵਿਚਾਰਾਂ ਤੇ ਅਕੀਦਿਆਂ ਨੂੰ ਹੋਰ ਵੱਧ ਤਕੜਾਈ ਤੇ ਹੁਲਾਰਾ ਮਿਲੇਗਾ। ਜੇਕਰ ਕਿਸੇ ਆਗੂ ਨੂੰ ਕਿਸੇ ਵਜ੍ਹਾ ਕਰਕੇ ਇਹ ਪ੍ਰਤੀਤ ਹੋਣ ਲੱਗ ਪਵੇ ਕਿ ਉਸ ਦੀ ਸ਼ਹਾਦਤ ਉਸ ਦੇ ਆਦਰਸ਼ਾਂ ਤੇ ਅਕੀਦਿਆਂ ਦਾ ਨਿਖੇਧ
ਹੋ ਗੁਜ਼ਰੇਗੀ ਤਾਂ ਉਸ ਦੇ ਮਨ ਅੰਦਰ ਦੁਬਿਧਾ ਤੇ ਡਾਵਾਂਡੋਲਤਾ ਪੈਦਾ ਹੋਣੀ ਸੁਭਾਵਿਕ ਹੈ। ਸੰਤ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਦੋਨਾਂ ਦੀ ਹੀ ਮੂਲ ਸਮੱਸਿਆ ਇਹ ਸੀ ਕਿ ਉਹਨਾਂ ਦੀ ਸ਼ਹਾਦਤ ਦਾ ਰਾਹ ਉਹਨਾਂ ਦੇ ਵਿਸ਼ਵਾਸਾਂ ਦੇ ਅਕੀਦਿਆਂ ਦੀ ਉਲਟ ਦਿਸ਼ਾ ਵੱਲ ਜਾਂਦਾ ਸੀ। ਜੇਕਰ ਉਹਨਾਂ ਵੱਲੋਂ ਮਰਨ ਵਰਤ ਆਰੰਭ ਕਰਨ ਮੌਕੇ ਦਿੱਤੇ ਗਏ ਅੰਤਮ ਭਾਸ਼ਣ ਜੋ ਅੰਤਮ ਸਾਬਤ ਨਾ ਹੋਏ ਨੂੰ ਥੋੜਾ ਗਹੁ ਨਾਲ ਵਾਚਿਆ ਜਾਵੇ ਤਾਂ ਉਹਨਾਂ ਦੀ ਦੁਚਿਤੀ ਤੇ ਡਾਵਾਂਡੋਲਤਾ ਦਾ ਸਾਰਾ ਰਹੱਸ ਉਜਾਗਰ ਹੋ ਜਾਂਦਾ ਹੈ। ਬੇਸ਼ੱਕ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਨੇ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਥੋੜੇ ਅਲੱਗ-ਅਲੱਗ ਸਨ, ਪਰੰਤੂ ਦੋਨੋਂ ਮੂਲ ਰੂਪ ਵਿੱਚ ਇੱਕੋ ਹੀ ਸੋਚ ਪ੍ਰਣਾਲੀ ਦੇ ਤੇ ਪਰੰਪਰਾ ਨੂੰ ਪ੍ਰਣਾਏ ਹੋਏ ਸਨ। ਤਿੰਨ ਗੱਲਾਂ ਵਿੱਚ ਦੋਨਾਂ ਦੀ ਇੱਕੋ ਜਿੰਨੀ ਅਟੁੱਟ ਸ਼ਰਧਾ ਸੀ। ਇੱਕ ਦੇਸ਼ ਭਗਤੀ, ਦੂਜਾ ਅਹਿੰਸਾ ਅਤੇ ਤੀਜਾ ਹਿੰਦੂ ਸਿੱਖ ਏਕਤਾ। ਪਹਿਲੀ ਗੱਲ ਪ੍ਰਤੀ ਦੋਨਾਂ ਦੇ ਵਿਚਾਰਾਂ ਅੰਦਰ ਪੂਰਨ ਇੱਕ ਸੁਰਤਾ ਬਾਰੇ ਕਿਸੇ ਸ਼ੱਕ ਜਾਂ ਭੁਲੇਖੇ ਦੀ ਕੋਈ ਗੁੰਜਾਇਸ਼ ਨਹੀਂ। ਸਰਸਰੀ ਨਜ਼ਰ ਨਾਲ ਦੇਖਿਆਂ ਮਗਰਲੀਆਂ ਦੋਨੋਂ ਗੱਲਾਂ ਬਾਰੇ ਮਾਸਟਰ ਤਾਰਾ ਸਿੰਘ ਦੀ ਪਹੁੰਚ ਥੋੜੀ ਅਲੱਗ ਲੱਗ ਸਕਦੀ ਹੈ, ਪਰ ਇਹ ਪ੍ਰਭਾਵ ਬਹੁਤਾ ਠੀਕ ਨਹੀਂ। ਜੇਕਰ ਮਾਸਟਰ ਤਾਰਾ ਸਿੰਘ ਦੇ ਸਮੁੱਚੇ ਰਾਜਸੀ ਵਿਹਾਰ ਤੇ ਉਸ ਦੀ ਰਾਜਨੀਤਿਕ ਵਿਚਾਰਧਾਰਾ ਦਾ ਥੋੜੀ ਗਹਿਰਾਈ ਵਿੱਚ ਜਾ ਕੇ ਮੁਤਾਲਿਆ ਕੀਤਾ ਜਾਵੇ ਤਾਂ ਇਹ ਭਰਮ ਖੁਦ ਬਖੁਦ ਦੂਰ ਹੋ ਜਾਂਦਾ ਹੈ। ਜਜ਼ਬਾਤੀ ਅਤੇ ਬੜਬੋਲੇ ਸੁਭਾਅ ਵਾਲਾ ਹੋਣ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਨੇ ਕਦੇ ਭੁੱਲ ਕੇ ਵੀ ਸਿੱਖ ਸੰਘਰਸ਼ ਦੇ ਹਿੰਸਕ ਰਾਹ ਅਖਤਿਆਰ ਕਰਨ ਦੀ ਸੋਚ ਅਤੇ ਰੁਚੀ ਦਾ ਸਮਰਥਨ ਨਹੀਂ ਕੀਤਾ। ਅੱਤ ਦਰਜੇ ਦੀਆਂ ਭੜਕਾਊ ਹਾਲਾਤਾਂ ਹੇਠ ਵੀ ਉਸ ਦੇ ਮਨ ਅੰਦਰ ਕਦੇ ਸਿੱਖ ਸੰਘਰਸ਼ ਨੂੰ ਹਿੰਸਕ ਦਿਸ਼ਾ ਦੇਣ ਦਾ ਵਿਚਾਰ ਜਾਂ ਫੁਰਨਾ ਪੈਦਾ ਨਹੀਂ ਹੋਇਆ। ਉਸ ਦਾ ਇਹ ਦ੍ਰਿੜ ਵਿਸ਼ਵਾਸ ਸੀ ਕਿ ਸਿੱਖ ਕੌਮ ਵਰਗੀ ਨਿਗੂਣੀ ਘੱਟ ਗਿਣਤੀ ਵੱਲੋਂ ਅਖਤਿਆਰ ਕੀਤਾ ਹਿੰਸਾ ਦਾ ਰਸਤਾ ਉਸ ਦੇ ਲਈ ਸਵੈ ਵਿਨਾਸ਼ਕਾਰੀ ਹੋ ਗੁਜ਼ਰੇਗਾ। ਇਸੇ ਤਰ੍ਹਾਂ ਦਾਬ ਦੇ ਥੋੜੇ ਵਖਰੇਵਿਆਂ ਦੇ ਬਾਵਜੂਦ ਹਿੰਦੂ ਸਿੱਖ ਏਕਤਾ ਬਾਰੇ ਵੀ ਮਾਸਟਰ ਅਤੇ ਸੰਤ ਜੀ ਦੇ ਬੁਨਿਆਦੀ ਦ੍ਰਿਸ਼ਟੀਕੋਣ ਵਿੱਚ ਕੋਈ ਅੰਤਰ ਨਹੀਂ ਸੀ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਮਾਸਟਰ ਤਾਰਾ ਸਿੰਘ ਹਿੰਦੂ ਫਿਰਕਾ ਪ੍ਰਸਤੀ ਦਾ ਵੱਧ ਕੱਟੜ ਵਿਰੋਧੀ ਸੀ। ਸੰਤ ਫਤਿਹ ਸਿੰਘ ਦੀ ਤੁਲਨਾ ਵਿੱਚ ਉਸ ਦੇ ਇਸ ਵਿਰੋਧ ਵਿੱਚ ਕਰਾਰ ਅਤੇ ਲਲਕਾਰ ਦਾ ਅੰਸ਼ ਕਿਤੇ ਜ਼ਿਆਦਾ ਸੀ, ਪਰ ਹਿੰਦੂ ਸਿੱਖ ਏਕਤਾ ਪ੍ਰਤੀ ਉਸ ਦੇ ਸਰੋਕਾਰ ਕਿਸੇ ਵੀ ਤਰ੍ਹਾਂ ਸੰਤ ਫਤਿਹ ਸਿੰਘ ਨਾਲੋਂ ਵੱਖਰੇ ਜਾਂ ਘੱਟ ਨਹੀਂ ਸਨ, ਹੋ ਵੀ ਨਹੀਂ ਸਨ ਸਕਦੇ। ਕਾਰਨ ਇਹ ਕਿ ਸਿੱਖ ਪੰਥ ਦੇ ਹਿੰਦੂਵਾਦ ਨਾਲ ਅੰਤਰ ਸੰਬੰਧਾਂ ਬਾਰੇ ਮਾਸਟਰ ਤਾਰਾ ਸਿੰਘ ਦੀ ਸੋਚਣੀ ਉਸ ਰਵਾਇਤੀ ਧਾਰਾ ਨਾਲੋਂ ਬਹੁਤੀ ਵੱਖਰੀ ਨਹੀਂ ਸੀ, ਜਿਸ ਮੁਤਾਬਕ ਸਿੱਖ ਪੰਥ ਨੂੰ ਹਿੰਦੂ ਸਮਾਜ ਦਾ ਥੋੜਾ ਵੱਖਰਾ ਪਰੰਤੂ ਅਟੁੱਟ ਅੰਗ ਮੰਨ ਕੇ ਚੱਲਿਆ ਜਾਂਦਾ ਹੈ। ਅਜਿਹੀ ਵਿਚਾਰਧਾਰਕ ਸਮਝ ਵਿੱਚੋਂ ਹੀ ਸਿੱਖ ਪੰਥ ਦੇ ਵੱਡੇ ਹਿੱਸਿਆਂ ਦੇ ਮਨਾਂ ਅੰਦਰ ਇਹ ਧਾਰਨਾ ਘਰ ਕਰ ਗਈ ਕਿ ਸਿੱਖ ਪੰਥ ਲਈ ਹਿੰਦੂ ਸਿੱਖ ਏਕਤਾ ਕੋਈ ਨੀਤੀ ਪੈਂਤੜੇ ਦਾ ਮਾਮਲਾ ਨਹੀਂ, ਬਲਕਿ ਇਹ ਉਸ ਦੇ ਲਈ ਮਰਿਆਦਾ ਦਾ ਮਾਮਲਾ ਹੈ। ਸੋ ਮਾਸਟਰ ਤਾਰਾ ਸਿੰਘ ਵੀ ਵਿਆਪਕ ਰੂਪ ਵਿੱਚ ਪ੍ਰਚਲਿਤ ਇਸ ਰਵਾਇਤੀ ਸਿੱਖ ਵਿਸ਼ਵਾਸ ਦਾ ਧਾਰਨੀ ਸੀ ਕਿ ਹਿੰਦੂ ਸਿੱਖ ਏਕਤਾ ਬਿਨਾਂ ਸਿੱਖ ਪੰਥ ਦੀ ਹੋਂਦ ਅਤੇ ਹਸਤੀ ਸਲਾਮਤ ਨਹੀਂ ਰਹਿ ਸਕਦੀ। ਇਸ ਕਰਕੇ ਜਦ ਵੀ ਉਸ ਨੂੰ ਕਿਸੇ ਵਜ੍ਹਾ ਕਰਕੇ ਹਿੰਦੂ ਸਿੱਖ ਏਕਤਾ ਖਤਰੇ ਮੂੰਹ ਆਈ ਦਿਖਾਈ ਦਿੰਦੀ ਸੀ ਤਾਂ ਉਹ ਗਹਿਰੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਸੀ। ਉਸ ਵੱਲੋਂ ਕਈ ਵਾਰ ਹਿੰਦੂ ਫਿਰਕਾ ਪ੍ਰਸਤੀ ਵਿਰੁੱਧ ਪ੍ਰਗਟਾਈ ਵਧਵੀਂ ਔਖ ਅਤੇ ਚਿੜ ਦੇ ਪਿੱਛੇ ਇਸ ਮਨੋਵਿਗਿਆਨਕ ਫੈਕਟਰ ਦਾ ਵੱਡਾ ਹੱਥ ਹੁੰਦਾ ਸੀ। ਉਹ ਹਿੰਦੂ ਫਿਰਕਾ ਪ੍ਰਸਤੀ ਨੂੰ ਹਿੰਦੂ ਸਿੱਖ ਏਕਤਾ ਲਈ ਇੱਕ ਗੰਭੀਰ ਖਤਰੇ ਦੇ ਰੂਪ ਵਿੱਚ ਦੇਖਦਾ ਸੀ। ਹਿੰਦੂ ਸਿੱਖ ਏਕਤਾ ਨੂੰ ਦਰਪੇਸ਼ ਚੁਣੌਤੀ ਚੋਂ ਉਸ ਨੂੰ ਪੰਥ ਲਈ ਵੱਡੇ ਖਤਰੇ ਦਿਖਾਈ ਦਿੰਦੇ ਸਨ। ਇਸ ਕਰਕੇ ਪੰਥ ਦੀ ਸਲਾਮਤੀ ਦੇ ਸਰੋਕਾਰ ਚੋਂ ਹੀ ਉਸ ਦੇ ਮਨ ਅੰਦਰ ਹਿੰਦੂ ਫਿਰਕਾ ਪ੍ਰਸਤੀ ਵਿਰੁੱਧ ਤਿੱਖਾ ਰੋਹ ਜਾਗ ਉੱਠਦਾ ਸੀ। ਸੋ ਦੇਸ਼ ਭਗਤੀ, ਅਹਿੰਸਾ ਤੇ ਹਿੰਦੂ ਸਿੱਖ ਏਕਤਾ ਦੇ ਮਾਮਲੇ ਤੇ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦੀ ਸਮਝ ਅਤੇ ਪਹੁੰਚ ਅੰਦਰ ਕੋਈ ਬੁਨਿਆਦੀ ਅੰਤਰ ਨਹੀਂ ਸੀ।
ਦੋਨਾਂ ਦਾ ਇਹ ਡਰ ਸਾਂਝਾ ਸੀ ਕਿ ਉਹਨਾਂ ਦੀ ਸ਼ਹਾਦਤ ਨਾਲ ਉਹਨਾਂ ਦੇ ਵਿਸ਼ਵਾਸ ਦੇ ਇਹ ਤਿੰਨੋਂ ਥੰਮ ਲੜਖੜਾ ਜਾਣਗੇ। ਸੰਤ ਫਤਿਹ ਸਿੰਘ ਵੱਲੋਂ ਆਪਣਾ ਪਹਿਲਾ ਮਰਨ ਵਰਤ ਆਰੰਭ ਕਰਨ ਮੌਕੇ 18 ਦਸੰਬਰ 1960 ਮੰਜੀ ਸਾਹਿਬ ਵਿਖੇ ਹਜ਼ਾਰਾਂ ਦੀ ਤਾਦਾਦ ਵਿੱਚ ਜੁੜੀਆਂ ਸੰਗਤਾਂ ਦੇ ਸਨਮੁਖ ਦਿੱਤੇ ਭਾਸ਼ਣ ਵਿੱਚੋਂ ਉਸ ਦੀਆਂ ਚਿੰਤਾਵਾਂ ਤੇ ਤੌਖਲਿਆਂ ਦਾ ਸਪਸ਼ਟ ਨਕਸ਼ਾ ਉੱਭਰ ਆਉਂਦਾ ਹੈ। ਉਸਨੇ ਸਿੱਖ ਭਾਈਚਾਰੇ ਨੂੰ ਬਹੁਤ ਹੀ ਜ਼ੋਰ ਨਾਲ ਇਹ ਤਾਕੀਦ ਕੀਤੀ ਕਿ ਉਸ ਦੀ ਸ਼ਹਾਦਤ ਉਪਰੰਤ ਉਹ ਕਿਸੇ ਵੀ ਕਿਸਮ ਦੀ ਭੜਕਾਹਟ ਵਿੱਚ ਨਾ ਆਏ ਅਤੇ ਦੇਸ਼ ਪ੍ਰਤੀ ਆਪਣੀ ਵਫਾਦਾਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਫਰਕ ਨਾ ਆਉਣ ਦੇਵੇ। ਸਿੱਖਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਉਂਦਿਆਂ ਉਸਨੇ ਇਸ ਗੱਲ ਤੇ ਵਾਰ-ਵਾਰ ਜ਼ੋਰ ਦਿੱਤਾ ਕਿ ਦੇਸ਼ ਦੀ ਹਰ ਚੀਜ਼ ਸਾਡੀ ਆਪਣੀ ਹੈ ਅਤੇ ਇਸ ਦਾ ਕੋਈ ਵੀ ਨੁਕਸਾਨ ਸਾਡਾ ਆਪਣਾ ਨੁਕਸਾਨ ਹੈ। ਇਸ ਦੇ ਨਾਲ ਹੀ ਉਸਨੇ ਸਿੱਖ ਕੌਮ ਨੂੰ ਅਮਨ ਅਤੇ ਫਿਰਕੂ ਇੱਕ ਸੁਰਤਾ ਬਣਾਈ ਰੱਖਣ ਅਤੇ ਹਿੰਦੂ ਸਿੱਖ ਏਕਤਾ ਉੱਤੇ ਕਿਸੇ ਵੀ ਤਰ੍ਹਾਂ ਦੀ ਆਂਚ ਨਾ ਆਉਣ ਦੇਣ ਦੀਆਂ ਦਿਲ ਭਾਵੀ ਅਪੀਲਾਂ ਕੀਤੀਆਂ। ਜ਼ਾਹਰ ਹੈ ਕਿ ਸੰਤ ਫਤਿਹ ਸਿੰਘ ਨੂੰ ਮਨ ਅੰਦਰ ਕਿਤੇ ਇਹ ਡਰ ਅਤੇ ਝੋਰਾ ਵੱਢ ਖਾਈ ਜਾ ਰਿਹਾ ਸੀ ਕਿ ਉਸ ਦੀ ਸ਼ਹਾਦਤ ਉਪਰੰਤ ਸਿੱਖ ਕੌਮ ਇੱਕ ਤਾਂ ਦੇਸ਼ ਭਗਤੀ ਦੇ ਸਿਧਾਂਤ ਅਤੇ ਮਾਰਗ ਤੋਂ ਥਿੜਕ ਸਕਦੀ ਹੈ, ਦੂਜਾ ਉਹ ਅਹਿੰਸਾ ਦਾ ਰਾਹ ਛੱਡ ਕੇ ਹਿੰਸਕ ਕਾਰਵਾਈਆਂ ਵੱਲ ਉੱਲਰ ਸਕਦੀ ਹੈ ਅਤੇ ਤੀਜਾ ਉਸ ਦੀ ਸ਼ਹਾਦਤ ਉਪਰੰਤ ਪੈਦਾ ਹੋਣ ਵਾਲੀ ਮਾਨਸਿਕ ਉਤੇਜਨਾ ਤੇ ਭੜਕਾਹਟ ਹਿੰਦੂ ਸਿੱਖ ਬੰਧਨਾਂ ਨੂੰ ਉੱਤੇ ਗਹਿਰਾ ਨਾ ਪੱਖੀ ਪ੍ਰਭਾਵ ਛੱਡ ਸਕਦੀ ਹੈ। ਜੇਕਰ ਇਹ ਤਿੰਨੇ ਗੱਲਾਂ ਵਾਪਰ ਜਾਂਦੀਆਂ ਹਨ ਤਾਂ ਸੰਤ ਫਤਿਹ ਸਿੰਘ ਲਈ ਅਤੇ ਨਾਲ ਹੀ ਉਸ ਦੇ ਵਰਗੇ ਵਿਸ਼ਵਾਸਾਂ ਦੇ ਧਾਰਨੀ ਹੋਰਨਾਂ ਲੋਕਾਂ ਲਈ ਵੀ ਉਸ ਦੀ ਸ਼ਹਾਦਤ ਇੱਕ ਨਾਵਾਚੀ ਕਰਮ ਬਣ ਕੇ ਰਹਿ ਜਾਣੀ ਸੀ। ਜਦ ਕਿਸੇ ਨੂੰ ਇਹ ਗੱਲ ਲੱਗਣ ਲੱਗ ਪਵੇ ਕਿ ਉਸ ਦੀ ਸਵੈ ਇੱਛਤ ਸ਼ਹਾਦਤ ਕੋਈ ਹਾਂ ਪੱਖੀ ਨਤੀਜੇ ਕੱਢਣ ਜਾਂ ਲੋਕਾਂ ਉੱਤੇ ਉਤਸ਼ਾਹੀ ਪ੍ਰਭਾਵ ਛੱਡਣ ਦੀ ਥਾਂ ਉਲਟੇ ਨਤੀਜਿਆਂ ਦੀ ਜਣਨਹਾਰ ਹੋ ਨਿਬੜੇਗੀ ਤਾਂ ਸੁਭਾਵਿਕ ਹੀ ਉਸ ਦੇ ਮਨ ਅੰਦਰ ਦੁਬਿਧਾ ਅਤੇ ਕਦਮਾਂ ਅੰਦਰ ਡਗਮਗਾਹਟ ਆ ਜਾਂਦੀ ਹੈ। ਅਜਿਹੇ ਮੌਕੇ ਉਸ ਦੇ ਸਾਹਮਣੇ ਦੋ ਰਾਹ ਹੁੰਦੇ ਹਨ, ਜਾਂ ਤਾਂ ਉਹ ਸੱਚਾਈ ਅਤੇ ਇਮਾਨਦਾਰੀ ਦਾ ਪੱਲਾ ਫੜਦੇ ਹੋਏ ਸੱਚ ਬਿਆਨੀ ਕਰਕੇ ਆਪਣਾ ਸ਼ਹਾਦਤ ਦਾ ਫੈਸਲਾ ਮਨਸੂਖ ਕਰ ਦੇਵੇ, ਜਿਵੇਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਗਾਂਧੀ ਨੇ ਚੋਰਾ ਚੋਰੀ ਦੀ ਘਟਨਾ ਤੋਂ ਬਾਅਦ ਯਕਦਮ ਆਪਣਾ ਵਰਤ ਤਿਆਗ ਦਿੱਤਾ ਸੀ। ਪਰ ਅਜਿਹਾ ਕਰਨ ਲਈ ਬਹੁਤ ਵੱਡਾ ਜੇਰਾ ਚਾਹੀਦਾ ਹੈ। ਅਜਿਹੀ ਇਖਲਾਕੀ ਸੋਚਤਾ ਤੋਂ ਊਣਾ ਵਿਅਕਤੀ ਝੂਠ ਅਤੇ ਬਦ ਦਿਆਨਤਦਾਰੀ ਦਾ ਰਸਤਾ ਅਖਤਿਆਰ ਕਰਦਾ ਹੈ। ਉਹ ਸ਼ਹਾਦਤ ਤੋਂ ਟਲਦਾ ਵੀ ਹੈ ਪਰ ਖੁੱਲ੍ਹ ਕੇ ਇਹ ਪੋਜੀਸ਼ਨ ਲੈਣ ਤੋਂ ਵੀ ਝਿਜਕਦਾ ਹੈ। ਅਜਿਹੀ ਦੋ ਦਿਲੀ ਵਾਲੀ ਮਨੋ ਅਵਸਥਾ ਨੂੰ ਸ਼ਹਾਦਤ ਤੋਂ ਟਲਣ ਲਈ ਬਹਾਨੇ ਢੂੰਡਣ ਅਤੇ ਲੋਕਾਂ ਅੱਗੇ ਸੱਚੇ ਹੋਣ ਲਈ ਝੂਠੀਆਂ ਕਹਾਣੀਆਂ ਘੜਨ ਦੇ ਰਾਹ ਵੱਲ ਧੱਕ ਦਿੰਦੀ। ਸੰਤ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਦੋਨਾਂ ਉੱਤੇ ਹੀ ਇਹ ਗੱਲ ਬਰਾਬਰ ਲਾਗੂ ਹੁੰਦੀ ਹੈ। ਦੋਨਾਂ ਨੇ ਕੁਰਬਾਨੀ ਦੇਣ ਤੋਂ ਝਿਜਕ ਵੀ ਦਿਖਾਈ ਅਤੇ ਸੰਗਤਾਂ ਸਾਹਮਣੇ ਝੂਠ ਵੀ ਬੋਲਿਆ। ਇਸ ਕਰਮ ਵਿੱਚ ਉਹਨਾਂ ਨੂੰ ਸਿੱਖ ਵਰਗ ਦੇ ਅੰਦਰੋਂ ਕੁਝ ਬਾਰਸੂਖ ਹਲਕਿਆਂ ਦਾ ਬਿਨ ਮੰਗਿਆ ਸਹਿਯੋਗ ਹਾਸਲ ਹੁੰਦਾ ਰਿਹਾ। ਇੱਕ ਪਦਵੰਤੇ ਸਿੱਖ ਵਰਗ ਵੱਲੋਂ ਅਤੇ ਦੂਜਾ ਕਾਂਗਰਸੀ ਹਾਕਮਾਂ ਦੇ ਭਾਈਵਾਲ ਬਣੇ ਕੁਝ ਸਾਬਕਾ ਪੰਥਕ ਆਗੂਆਂ ਵੱਲੋਂ ਇਹਨਾਂ ਦੋਨੋਂ ਵਰਗਾਂ ਦੀ ਦੇਸ਼ ਭਗਤੀ, ਅਹਿੰਸਾ ਅਤੇ ਹਿੰਦੂ ਸਿੱਖ ਏਕਤਾ ਵਿੱਚ ਪੂਰੀ ਸ਼ਰਧਾ ਸੀ। ਪਦਵੰਤੇ ਸਿੱਖ ਵਰਗ ਦੀ ਆਪਣੇ ਸਮਾਜੀ ਰੁਤਬੇ ਤੇ ਨਜ਼ਰੀਏ ਦੀ ਵਜ੍ਹਾ ਕਰਕੇ ਅਤੇ ਪੰਥ ਧਰੋਹੀਆਂ ਦੀ ਆਪਣੇ ਸੌੜੇ ਰਾਜਸੀ ਮੁਫਾਦਾਂ ਕਰਕੇ, ਕਿਉਂਕਿ ਜੇਕਰ ਸਿੱਖ ਕੌਮ ਅੰਦਰ ਬੇਗਾਨਗੀ ਦੀਆਂ ਭਾਵਨਾਵਾਂ ਜ਼ੋਰ ਫੜਦੀਆਂ ਸਨ ਤਾਂ ਪੰਥ ਧਰੋਹੀਆਂ ਦੀ ਰਾਜਸੀ ਵੁਕਤ ਅਤੇ ਪੋਜੀਸ਼ਨ ਨੂੰ ਵੀ ਸਿੱਧਾ ਧੱਕਾ ਲੱਗਦਾ ਸੀ। ਇਸ ਕਰਕੇ ਜਦ ਵੀ ਸੰਤ ਫਤਿਹ ਸਿੰਘ ਜਾਂ ਮਾਸਟਰ ਤਾਰਾ ਸਿੰਘ ਦੇ ਮਰਨ ਵਰਤ ਦੀ ਵਜ੍ਹਾ ਕਰਕੇ ਸੰਕਟ ਦੀ ਨੌਬਤ ਪੈਦਾ ਹੋਈ ਤਾਂ ਉਪਰੋਕਤ ਦੋਨੋਂ ਕਿਸਮ ਦੇ ਵਰਗਾਂ ਚੋਂ ਕੁਝ ਬਾਰਸੂਖ ਹਸਤੀਆਂ ਸੰਕਟ ਨਿਵਾਰਨ ਲਈ ਸਰਗਰਮ ਹੋ ਜਾਂਦੀਆਂ ਰਹੀਆਂ।
ਲੱਗਦਾ ਹੈ ਕਿ ਮਰਨ ਵਰਤ ਤੇ ਬੈਠਣ ਦਾ ਫੈਸਲਾ ਕਰਨ ਲੱਗਿਆਂ ਮਾਸਟਰ ਤਾਰਾ ਸਿੰਘ ਜਾਂ ਸੰਤ ਫਤਿਹ ਸਿੰਘ ਦੋਨਾਂ ਚੋਂ ਕਿਸੇ ਨੂੰ ਵੀ ਇਸ ਚੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਅਤੇ ਉਲਝਣਾਂ ਦਾ ਅਹਿਸਾਸ ਨਹੀਂ ਸੀ। ਉਹਨਾਂ ਨੂੰ ਇਸ ਪਾਸੇ ਵੱਲ ਦੋ ਪੂਰਵਵਰਤੀ ਉਦਾਹਰਣਾਂ ਨੇ ਪ੍ਰੇਰਿਆ ਹੋ ਸਕਦਾ ਹੈ। ਇੱਕ ਤਾਂ ਭਾਰਤ ਦੀ ਆਜ਼ਾਦੀ ਦੀ ਜਦੋਜਹਿਦ ਦੌਰਾਨ ਗਾਂਧੀ ਦੁਆਰਾ ਇਸ ਹਥਿਆਰ ਦੀ ਕਈ ਮੌਕਿਆਂ ਤੇ ਕੀਤੀ ਗਈ ਕਾਰਗਰ ਵਰਤੋਂ ਦਾ ਸਫਲ ਤਜਰਬਾ ਉਹਨਾਂ ਦੇ ਸਾਹਮਣੇ ਸੀ। ਦੂਜਾ, ਉਹਨਾਂ ਦੇ ਮਨਾਂ ਉੱਤੇ ਤੇਲਗੂ ਭਾਸ਼ਾ ਤੇ ਆਧਾਰਿਤ ਵੱਖਰੇ ਆਂਧਰਾ ਰਾਜ ਦੀ ਸਥਾਪਨਾ ਲਈ ਡਾਕਟਰ ਰੁਮੂਲੂ ਦੁਆਰਾ ਦਿੱਤੇ ਬਲੀਦਾਨ ਦੀ ਤਰੋ-ਤਾਜ਼ਾ ਉਦਾਹਰਣ ਦਾ ਵੀ ਡਾਢਾ ਅਸਰ ਸੀ। ਕੁਝ ਵੀ ਹੋਵੇ, ਇਹ ਫੈਸਲਾ ਲੈਣ ਲੱਗਿਆਂ ਉਹਨਾਂ ਬਹੁਤਾ ਦਾਨਸ਼ਮੰਦੀ ਤੋਂ ਕੰਮ ਨਹੀਂ ਲਿਆ ਪ੍ਰਤੀਤ ਹੁੰਦਾ। ਉਹਨਾਂ ਨਾ ਤਾਂ ਭਾਰਤ ਦੇ ਠੋਸ ਰਾਜਨੀਤਿਕ ਯਥਾਰਥ ਨੂੰ ਗਿਣਤੀ ਵਿੱਚ ਰੱਖਿਆ ਅਤੇ ਨਾ ਸਿੱਖ ਪੰਥ ਦੀਆਂ ਰਵਾਇਤਾਂ ਤੇ ਨਿਆਰੇਪਣ ਦੀ ਅਹਿਮਤ ਨੂੰ ਸਮਝਿਆ। ਜਦ ਗਾਂਧੀ ਮਰਨ ਵਰਤ ਰੱਖਦਾ ਸੀ ਤਾਂ ਦੇਸ਼ ਦੀ ਵਿਸ਼ਾਲ ਬਹੁਗਿਣਤੀ ਉਸ ਦੇ ਨਾਲ ਹੁੰਦੀ ਸੀ। ਬਸਤੀਵਾਦੀ ਹਕੂਮਤ ਜਨ ਆਧਾਰ ਤੇ ਜਨਤਕ ਸਮਰਥਨ ਤੋਂ ਵਿਰਵੀ ਹੁੰਦੀ ਸੀ। ਗਾਂਧੀ ਦਾ ਇਹ ਕਦਮ ਭਾਰਤੀ ਵਸੋਂ ਦੀ ਵਿਸ਼ਾਲ ਬਹੁਗਿਣਤੀ ਨੂੰ ਬਰਤਾਨਵੀ ਹੁਕਮ ਵਿਰੁੱਧ ਸੰਘਰਸ਼ ਲਈ ਉਭਾਰਨ ਵਿੱਚ ਸਹਾਈ ਹੁੰਦਾ ਸੀ। ਉਹ ਸੰਘਰਸ਼ ਦੇ ਟੀਚੇ ਤੇ ਤੌਰ ਤਰੀਕਿਆਂ ਬਾਰੇ ਪੂਰੀ ਤਰ੍ਹਾਂ ਸਪਸ਼ਟ ਤੇ ਅਡੋਲ ਚਿੱਤ ਸੀ। ਉਸ ਨੂੰ ਜਦ ਵੀ ਇਹ ਲੱਗਿਆ ਕਿ ਉਸ ਦਾ ਵਰਤ ਕੋਈ ਉਲਟ ਪੱਖੀ ਅਸਰ ਛੱਡ ਰਿਹਾ ਹੈ ਤਾਂ ਉਸਨੇ ਆਪਣਾ ਇੱਕਦਮ ਵਾਪਸ ਲੈਣ ਲੱਗਿਆਂ ਰਤੀ ਭਰ ਵੀ ਢਿੱਲ ਨਹੀਂ ਦਿਖਾਈ। ਇਸ ਮਾਮਲੇ ਵਿੱਚ ਉਸ ਨੂੰ ਨਾ ਤਾਂ ਕਿਸੇ ਮਾਨਸਿਕ ਉਲਝਣ ਦਾ ਸਾਹਮਣਾ ਕਰਨਾ ਪਿਆ ਅਤੇ ਨਾ ਹੀ ਉਸਨੇ ਉਸਦੇ ਮਨ ਤੇ ਲੋਕ ਵਿਰੋਧ ਦੀ ਸੰਭਾਵਨਾ ਦਾ ਭੈ ਹਾਵੀ ਹੋਇਆ। ਉਹ ਅਹਿੰਸਾ ਦੇ ਜਿਸ ਸਿਧਾਂਤ ਨੂੰ ਪ੍ਰਣਾਇਆ ਹੋਇਆ ਸੀ ਉਸ ਦਾ ਹਿੰਦੂ ਪਰੰਪਰਾ ਨਾਲ ਕੋਈ ਦਵੰਦ ਨਹੀਂ ਸੀ। ਇਸ ਕਰਕੇ ਜਿੰਨੀ ਸੌਖ ਨਾਲ ਉਹ ਆਪਣਾ ਕਦਮ ਵਾਪਸ ਉਠਾ ਲੈਂਦਾ ਹੈ, ਹਿੰਦੂ ਜਨਤਾ ਉਨੇ ਹੀ ਆਰਾਮ ਨਾਲ ਇਸ ਨੂੰ ਪ੍ਰਵਾਨ ਕਰ ਲੈਂਦੀ ਰਹੀ। ਪਰੰਤੂ ਸਿੱਖ ਪਰੰਪਰਾ ਦਾ ਮਾਮਲਾ ਇਸ ਨਾਲੋਂ ਬਹੁਤ ਹੀ ਅਹਿਮ ਰੂਪ ਵਿੱਚ ਅਲੱਗ ਹੈ। ਇੱਕ ਤਾਂ ਆਮ ਰੂਪ ਵਿੱਚ ਹੀ ਸਿੱਖ ਪਰੰਪਰਾ ਅੰਦਰ ਕੁਰਬਾਨੀ, ਸ਼ਹਾਦਤ ਅਤੇ ਸ਼ੂਰਬੀਰਤਾ ਨੂੰ ਉੱਚਾ ਦਰਜਾ ਹਾਸਲ ਹੈ। ਦੂਜਾ, ਸਿੱਖ ਪਰੰਪਰਾ ਅੰਦਰ ਕਿਸੇ ਕਾਜ ਲਈ ਆਪਾ ਵਾਰਨ ਦੇ ਪ੍ਰਣ ਨੂੰ ਸਿਦਕ ਦਿਲੀ ਨਾਲ ਨਿਭਾਉਣ ਦੇ ਕਰਮ ਦੀ ਜਿੰਨੀ ਵਡਿਆਈ ਕੀਤੀ ਜਾਂਦੀ ਹੈ, ਪ੍ਰਣ ਕਰਕੇ ਇਸ ਤੋਂ ਭੱਜ ਨਿਕਲਣ ਦੇ ਕਰਤੱਵ ਉੱਤੇ ਉਨੀਆਂ ਹੀ ਲਾਹਨਤਾਂ ਪਾਈਆਂ ਜਾਂਦੀਆਂ ਹਨ। ਇਸ ਕਰਕੇ ਕਿਸੇ ਸਿੱਖ ਆਗੂ ਲਈ ਸ਼ਹਾਦਤ ਦੇ ਪ੍ਰਣ ਤੋਂ ਪਿਛਾਂਹ ਹਟਣਾ ਇੰਨਾ ਸੁਖਾਲਾ ਕਾਰਜ ਨਹੀਂ ਹੁੰਦਾ। ਇੱਕ ਤਾਂ ਉਸ ਨੂੰ ਖੁਦ ਆਪਣੀ ਹੀ ਜ਼ਮੀਰ ਦੇ ਅੱਗੇ ਸ਼ਰਮਸ਼ਾਰ ਹੋਣਾ ਪੈਂਦਾ ਹੈ। ਦੂਜਾ, ਉਸ ਦੇ ਸਿਰ ਤੇ ਸਿੱਖ ਸੰਗਤਾਂ ਦੇ ਵਿਰੋਧ ਅਤੇ ਤਿਰਸਕਾਰ ਦੇ ਖੌਫ ਦੀ ਤਲਵਾਰ ਲਟਕ ਰਹੀ ਹੁੰਦੀ। ਗਾਂਧੀ ਲਈ ਅਜਿਹੀ ਕੋਈ ਸਮੱਸਿਆ ਨਹੀਂ ਸੀ, ਜਦਕਿ ਸੰਤ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਨੂੰ ਆਪਣੇ ਗੀਦੀ ਪੁਣੇ ਦੀ ਮਾਨਸਿਕ ਅਤੇ ਰਾਜਨੀਤਿਕ ਪੱਧਰ ਤੇ ਬਹੁਤ ਹੀ ਮਹਿੰਗੀ ਕੀਮਤ ਅਦਾ ਕਰਨੀ ਪਈ ਸੀ। ਡਾਕਟਰ ਰਮੂਲੂ ਸਾਹਮਣੇ ਅਜਿਹੀ ਕੋਈ ਸਿਧਾਂਤਕ ਜਾਂ ਰਾਜਸੀ ਉਲਝਣ ਨਹੀਂ ਸੀ। ਨਾ ਤਾਂ ਉਸ ਦੀ ਸ਼ਹਾਦਤ ਦਾ ਨਾਲ ਤੇਲਗੂ ਲੋਕਾਂ ਦੀ ਦੇਸ਼ ਭਗਤੀ ਦੇ ਜਜ਼ਬੇ ਨੂੰ ਆਂਚ ਆਉਣ ਦਾ ਖਦਸ਼ਾ ਸੀ, ਨਾ ਉਸ ਦੀ ਦੇਸ਼ ਭਗਤੀ ਉੱਤੇ ਹੀ ਕੋਈ ਉਂਗਲ ਉੱਠਣ ਦਾ ਡਰ ਸੀ ਅਤੇ ਨਾ ਹੀ ਉਸ ਦੀ ਮੌਤ ਨਾਲ ਕੋਈ ਵੱਡੀ ਹਿੰਸਕ ਜਦੋਜਹਿਦ ਛਿੜ ਪੈਣ ਦਾ ਖਤਰਾ ਸੀ। ਸੋ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦੀਆਂ ਸਮੱਸਿਆਵਾਂ ਨਿਰੀ ਇਹ ਨਹੀਂ ਸੀ ਕਿ ਉਹ ਇੱਕ ਘੱਟ ਗਿਣਤੀ ਭਾਈਚਾਰੇ ਦੇ ਆਗੂ ਸਨ। ਵੱਧ ਅਤੇ ਵੱਡੀ ਸਮੱਸਿਆ ਇਹ ਸੀ ਕਿ ਉਹ ਵਿਚਾਰਧਾਰਕ ਅਤੇ ਮਾਨਸਿਕ ਪੱਧਰ ਤੇ ਬਹੁ ਗਿਣਤੀ ਹਿੰਦੂ ਵਰਗ ਦੀ ਗੁਲਾਮੀ ਕਬੂਲ ਕਰੀ ਬੈਠੇ ਸਨ। ਇਹੀ ਵਜ੍ਹਾ ਸੀ ਕਿ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਦੇ ਖਿਲਾਫ ਨੰਗੀ ਤਲਵਾਰ ਲਹਿਰਾਉਣ ਵਾਲੇ ਮਾਸਟਰ ਤਾਰਾ ਸਿੰਘ ਨੂੰ ਆਜ਼ਾਦੀ ਤੋਂ ਬਾਅਦ ਹਿੰਦੂ ਵਰਗ ਦੇ ਖਿਲਾਫ ਉੱਚਾ ਸ਼ਬਦ ਬੋਲਣ ਲੱਗਿਆਂ 100 ਵਾਰ ਸੋਚਣਾ ਪੈਂਦਾ। ਇਹ ਨਹੀਂ ਕਿ ਮਾਸਟਰ ਤਾਰਾ ਸਿੰਘ ਦੇ ਮਨ ਤੇ ਹਿੰਦੂ ਰਾਜ ਸ਼ਕਤੀ ਦਾ ਭੈ ਹਾਵੀ ਹੋ ਗਿਆ ਸੀ। ਉਸ ਦੇ ਵਿਹਾਰ ਵਿੱਚ ਆਈ ਇਸ ਤਬਦੀਲੀ ਦੀ ਮੁੱਖ ਵਜ੍ਹਾ ਵਿਚਾਰਧਾਰਕ ਸੀ। ਮੁਸਲਿਮ ਭਾਈਚਾਰੇ ਖਿਲਾਫ ਲੜਦਿਆਂ ਮਾਸਟਰ ਤਾਰਾ ਸਿੰਘ ਦੀ ਦੇਸ਼ ਭਗਤੀ ਸ਼ੱਕ ਦੇ ਦਾਇਰੇ ਹੇਠ ਨਹੀਂ ਸੀ ਆਉਂਦੀ, ਸਗੋਂ ਇਸ ਨੂੰ ਸਵਾਇਆ ਰੰਗ ਚੜ੍ਹਦਾ ਸੀ ਅਤੇ ਨਾ ਹੀ ਉਸ ਦੇ ਮਨ ਤੇ ਮੁਸਲਿਮ ਸਿੱਖ ਏਕਤਾ ਨੂੰ ਹਰਜਾ ਪਹੁੰਚਣ ਦੇ ਸੰਸੇ ਦਾ ਕੋਈ ਬੋਝ ਸੀ। ਇਸ ਕਰਕੇ ਮੁਸਲਿਮ ਭਾਈਚਾਰੇ ਦੇ ਸਬੰਧ ਵਿੱਚ ਉਹ ਰੱਜ ਕੇ ਨਿਧੜਕ ਅਤੇ
ਮਾਰ ਕੇ ਬਾਜ਼ ਹੋ ਸਕਦਾ ਸੀ। ਲੋੜ ਪੈਣ ਤੇ ਆਪਣੀ ਜਾਨ ਵੀ ਦੇ ਸਕਦਾ ਸੀ। ਪਰ ਹਿੰਦੂ ਵਰਗ ਦੇ ਸੰਬੰਧ ਵਿੱਚ ਕੋਈ ਵੀ ਨੀਤੀ ਨਿਰਣਾ ਕਰਨ ਲੱਗਿਆਂ ਉਸ ਨੂੰ ਆਪਣੇ ਵਿਚਾਰ, ਧਾਰਕ ਵਿਸ਼ਵਾਸਾਂ ਤੇ ਮਨੌਤਾਂ ਦੀਆਂ ਆਗਿਆਵਾਂ ਦਾ ਪਾਲਣਾ ਕਰਨਾ ਪੈਂਦਾ ਸੀ। ਇਹ ਗੱਲ 19-21 ਦੇ ਫਰਕ ਨਾਲ ਸਾਰੇ ਹੀ ਅਕਾਲੀ ਆਗੂਆਂ ਉੱਤੇ ਲਾਗੂ ਹੁੰਦੀ। ਸੋ ਮਸਲਾ ਵਿਅਕਤੀਗਤ ਫਿਤਰਤ ਨਾਲੋਂ ਵੱਧ ਵਿਚਾਰ ਧਾਰਕ ਸੋਚਣੀ ਦਾ ਸੀ। ਜੇਕਰ ਪਹਿਲੀ ਪੀੜ੍ਹੀ ਦੇ ਅਕਾਲੀ ਆਗੂਆਂ ਦੀ ਹੀ ਗੱਲ ਕਰਨੀ ਹੋਵੇ ਤਾਂ ਉਹਨਾਂ ਅੰਦਰ ਕੁਰਬਾਨੀ ਦੇ ਜਜ਼ਬੇ ਦੇ ਕੁਮਲਾ ਜਾਣ ਦੀ ਪ੍ਰਮੁੱਖ ਵਜ੍ਹਾ ਉਹਨਾਂ ਦਾ ਵਿਅਕਤੀਗਤ ਨਿਘਾਰ ਨਹੀਂ, ਸਗੋਂ ਉਹਨਾਂ ਦੀ ਵਿਚਾਰ ਧਾਰਕ ਉਲਝਣ ਸੀ। ਵਿਅਕਤੀਗਤ ਨਿਘਾਰ ਦਾ ਅੰਸ਼ ਵੱਧ ਫੁੱਲ ਕੇ ਪ੍ਰਧਾਨ ਪੱਖ ਉਦੋਂ ਬਣਿਆ ਜਦੋਂ ਇੱਕ ਤਾਂ ਅਕਾਲੀ ਦਲ ਲਈ ਰਾਜਸੀ ਸੱਤਾ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਦੂਜਾ ਪਹਿਲੀ ਪੀੜ੍ਹੀ ਦੀ ਅਕਾਲੀ ਲੀਡਰਸ਼ਿਪ ਦੇ ਉਮਰ ਵਿਹਾ ਜਾਣ ਤੋਂ ਬਾਅਦ ਅਕਾਲੀ ਲੀਡਰਸ਼ਿਪ ਦਾ ਨਵਾਂ ਪੋਚ ਅੱਗੇ ਆ ਗਿਆ। ਅਕਾਲੀ ਆਗੂਆਂ ਦੀ ਇਸ ਕਿਰਦਾਰ ਬਦਲੀ ਅੰਦਰ ਵੀ ਵਿਚਾਰ ਧਾਰਕ ਫੈਕਟਰ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਅੰਗਿਆ ਜਾਣਾ ਚਾਹੀਦਾ। ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਕਾਲੀ ਰਾਜਨੀਤੀ ਦੀ ਰਵਾਇਤੀ ਧਾਰਾ ਨਾਲੋਂ ਵਿਚਾਰ ਧਾਰਕ ਪੱਧਰ ਤੇ ਤਿੱਖਾ ਨਖੇੜਾ ਅਤੇ ਤੋੜ ਵਿਛੋੜ ਨਾ ਕੀਤਾ ਹੁੰਦਾ ਤਾਂ ਸਿੱਖ ਕੌਮ ਅੰਦਰ ਕੁਰਬਾਨੀ ਅਤੇ ਸੂਰਮਗਤੀ ਦੀਆਂ ਨਿਤਾਣੀਆਂ ਪੈ ਚੱਲੀਆਂ ਰਵਾਇਤਾਂ ਨੂੰ ਉਹਨਾਂ ਦੁਆਰਾ ਮੁੜ ਸੁਰਜੀਤ ਕਰ ਸਕਣਾ ਕਤਈ ਤੌਰ ਤੇ ਸੰਭਵ ਨਹੀਂ ਸੀ ਹੋਣਾ। ਸੰਤ ਭਿੰਡਰਾਂਵਾਲੇ ਦੀ ਰਵਾਇਤੀ ਅਕਾਲੀ ਆਗੂਆਂ ਨਾਲੋਂ ਸਭ ਤੋਂ ਅਹਿਮ ਵਿਲੱਖਣਤਾ ਇਹ ਸੀ ਕਿ ਉਹ ਪੰਥ ਪ੍ਰਸਤੀ ਅਤੇ ਦੇਸ਼ ਪ੍ਰਸਤੀ ਵਿਚਲੇ ਵਿਰੋਧ ਭਾਸ਼ ਵਿੱਚ ਨਹੀਂ ਸੀ ਉਲਝੇ। ਉਹ ਸ਼ਾਇਦ 20ਵੀਂ ਸਦੀ ਦੇ ਪਹਿਲੇ ਸਿੱਖ ਆਗੂ ਸਨ ਜਿਨ੍ਹਾਂ ਨੇ ਕੌਮਵਾਦ ਦੇ ਇਸ ਬੁਨਿਆਦੀ ਅਸੂਲ ਨੂੰ ਦ੍ਰਿੜਤਾ ਨਾਲ ਅਪਣਾਇਆ ਕਿ ਇੱਕ ਸੱਚੇ ਕੌਮ ਪ੍ਰਸਤ ਦੀ ਪਹਿਲੀ ਵਫਾਦਾਰੀ ਆਪਣੀ ਕੌਮ ਨਾਲ ਹੁੰਦੀ ਹੈ ਅਤੇ ਉਸ ਦਾ ਹੋਰਨਾਂ ਕੌਮਾਂ ਨਾਲ ਰਿਸ਼ਤਾ ਇਸੇ ਅਸੂਲ ਅਨੁਸਾਰ ਨਿਰਧਾਰਤ ਹੁੰਦਾ ਹੈ। ਰਵਾਇਤੀ ਅਕਾਲੀ ਧਾਰਾ ਨਾਲੋਂ ਉਹਨਾਂ ਦਾ ਇਹ ਬਹੁਤ ਹੀ ਅਹਿਮ ਤੇ ਬੁਨਿਆਦੀ ਵਖਰੇਵਾਂ ਸੀ। ਰਵਾਇਤੀ ਅਕਾਲੀ ਰਾਜਨੀਤੀ ਅੰਦਰ ਦੇਸ਼ ਭਗਤੀ, ਹਿੰਦੂ ਸਿੱਖ ਏਕਤਾ ਅਤੇ ਅਹਿੰਸਾ ਨੂੰ ਨੀਤੀ ਦੇ ਮਾਮਲਿਆਂ ਨਾਲੋਂ ਵੱਧ ਪਵਿੱਤਰ ਅਸੂਲਾਂ ਦਾ ਦਰਜਾ ਦਿੱਤਾ ਜਾਂਦਾ ਹੈ। ਇਸ ਕਰਕੇ ਜਦ ਵੀ ਕਿਸੇ ਮੌਕੇ ਪੰਥ ਦੇ ਹਿੱਤਾਂ ਤੇ ਇਹਨਾਂ ਅਸੂਲਾਂ ਵਿਚਕਾਰ ਕੋਈ ਵਿਰੋਧ ਦੀ ਨੌਬਤ ਪੈਦਾ ਹੁੰਦੀ ਹੈ ਤਾਂ ਬਿਨਾਂ ਕਿਸੇ ਸੋਚ ਵਿਚਾਰ ਦੇ ਇਹਨਾਂ ਅਸੂਲਾਂ ਦੀ ਪਾਲਣਾ ਨੂੰ ਆਪਣਾ ਧਰਮ ਸਮਝਦੇ ਹੋਏ ਪੰਥਕ ਹਿੱਤਾਂ ਦੀ ਬਲੀ ਦੇ ਦਿੱਤੀ ਜਾਂਦੀ। ਸਿੱਖ ਪੰਥ ਅੰਦਰ ਇਸ ਸੋਚ ਅਤੇ ਪਰੰਪਰਾ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਸਿੱਖ ਰਾਜਨੀਤੀ ਦੇ ਮੰਚ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਆਮਦ ਤੋਂ ਪਹਿਲਾਂ ਇਸ ਸੋਚ ਬਾਰੇ ਕੋਈ ਕਿੰਤੂ ਪਰੰਤੂ ਕਰਨਾ ਘੋਰ ਪਾਪ ਸਮਝਿਆ ਜਾਂਦਾ ਸੀ। ਪੰਥ ਪ੍ਰਸਤੀ ਨਾਲੋਂ ਦੇਸ਼ ਭਗਤੀ ਨੂੰ ਉੱਚਾ ਦਰਜਾ ਪ੍ਰਦਾਨ ਕਰਦਿਆਂ ਹੋਇਆਂ ਪੰਥ ਦੇ ਹਿੱਤਾਂ ਤੋਂ ਬਹੁਤ ਹੀ ਆਸਾਨੀ ਨਾਲ ਮੂੰਹ ਭੁਆ ਲਿਆ ਜਾਂਦਾ ਸੀ। ਪੰਜਾਬ ਦੇ ਹਿੰਦੂ ਵਰਗ ਦੀ ਕੱਟੜ ਫਿਰਕੂ ਮਤ ਅਤੇ ਅੱਤ ਦਰਜੇ ਦੀਆਂ ਭੜਕਾਊ ਕਾਰਵਾਈਆਂ ਦੇ ਬਾਵਜੂਦ ਅਕਾਲੀ ਆਗੂਆਂ ਦੀ ਹਿੰਦੂ ਸਿੱਖ ਏਕਤਾ ਪ੍ਰਤੀ ਸ਼ਰਧਾ ਅਡਿੱਗ ਬਣੀ ਰਹੀ ਅਤੇ ਉਹ ਇਸ ਨੂੰ ਹਮੇਸ਼ਾ ਪੰਥਕ ਹਿੱਤਾਂ ਨਾਲੋਂ ਸ੍ਰੇਸ਼ਟ ਮੰਨ ਕੇ ਚੱਲਦੇ ਰਹੇ। ਜਦ ਵੀ ਲੋੜ ਬਣੀ ਤਾਂ ਉਹਨਾਂ ਸਿੱਖ ਕੌਮ ਦੇ ਹਿੱਤਾਂ ਦੀ ਬਲੀ ਦੇਣ ਵਿੱਚ ਰਤੀ ਭਰ ਵੀ ਝਿਜਕ ਨਹੀਂ ਵਿਖਾਈ। ਅਮਨ ਅਤੇ ਫਿਰਕੂ ਇੱਕ ਸੁਰਤਾ ਬਣਾਈ ਰੱਖਣ ਦਾ ਸਾਰਾ ਬੋਝ ਸਿੱਖ ਪੰਥ ਦੇ ਤੇ ਇਸ ਦੇ ਆਗੂਆਂ ਉੱਤੇ ਹੀ ਡਿੱਗਦਾ ਰਿਹਾ। ਪੰਜਾਬ ਦੇ ਹਿੰਦੂ ਵਰਗ ਨੇ ਇਸ ਦੀ ਦੁਵੱਲੀ ਜ਼ਿੰਮੇਵਾਰੀ ਓਟਣ ਵਿੱਚ ਕਦੇ ਵੀ ਬਹੁਤੀ ਰੁਚੀ ਨਹੀਂ ਪ੍ਰਗਟਾਈ। ਇਸ ਮੰਤਵ ਲਈ ਬਹੁਤਾ ਅਕਾਲੀ ਆਗੂਆਂ ਨੂੰ ਹੀ ਲਿਖਣਾ ਪੈਂਦਾ ਰਿਹਾ ਅਤੇ ਉਹਨਾਂ ਨੂੰ ਇੰਨੀ ਵਾਰ ਲਿਖਣਾ ਪਿਆ ਕਿ ਉਹਨਾਂ ਅੰਦਰ ਪੱਕੇ ਕੁੱਬ ਹੀ ਪੈ ਗਏ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇੱਕ ਸਿਰਲੱਥ ਅਤੇ ਖੁਦਦਾਰ ਕੌਮ ਦੇ ਆਗੂਆਂ ਦੇ ਇਹਨਾਂ ਕੁੱਬਾਂ ਤੋਂ ਅਜਿਹੀ ਕਾਣਤ ਮੰਨੀ ਕਿ ਉਹਨਾਂ ਸਿੱਖ ਕੌਮ ਨੂੰ ਇਸ ਕਲੰਕ ਤੋਂ ਸੁਰਖਰੂ ਕਰਨ ਦੀ ਮਨ ਅੰਦਰ ਪੱਕੀ ਸਹੁੰ ਖਾ ਲਈ। ਪਰ ਇਹ ਨਿਸ਼ਾਨਾ ਸਾਧ ਲੈਣਾ ਹੀ ਕਾਫੀ ਨਹੀਂ ਸੀ। ਇਸ ਨਿਸ਼ਾਨੇ ਵੱਲ ਵਧਣ ਲਈ ਰਸਤੇ ਦੀਆਂ ਸਿਧਾਂਤਕ ਰੋਕਾਂ ਭੰਨਣੀਆਂ ਜ਼ਰੂਰੀ ਸਨ। ਰਵਾਇਤੀ ਅਕਾਲੀ ਆਗੂਆਂ ਨੂੰ ਬੁਜ਼ਦਿਲੀ ਤੇ ਬੇਗੈਰਤੀ ਦੇ ਰਾਹ ਪਾ ਰਹੀਆਂ ਵਿਚਾਰ ਧਾਰਕ ਕੁਰਹਿਤਾਂ ਦੀ ਸੁਧਾਈ ਜ਼ਰੂਰੀ ਸੀ।
ਅਜਿਹਾ ਕੀਤੇ ਬਗੈਰ ਸਿੱਖ ਕੌਮ ਦੀਆਂ ਜੁਝਾਰੂ ਰਵਾਇਤਾਂ ਨੂੰ ਮੁੜ ਸੁਰਜੀਤ ਕਰ ਸਕਣ ਅਤੇ ਸਿੱਖ ਮਨਾਂ ਅੰਦਰ ਪੰਥ ਲਈ ਆਪਾ ਵਾਰਨ ਦਾ ਜਜ਼ਬਾ ਤੇ ਚਾਉ ਪੈਦਾ ਕਰ ਸਕਣਾ ਕਤਈ ਤੌਰ ਤੇ ਸੰਭਵ ਨਹੀਂ ਸੀ। ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਰਵਾਇਤੀ ਅਕਾਲੀ ਆਗੂਆਂ ਦੇ ਗਲਤ ਰਾਜਨੀਤਿਕ ਵਿਚਾਰਾਂ, ਸੰਸਕਾਰਾਂ ਤੇ ਸਰੋਕਾਰਾਂ ਨੂੰ ਮੁਕੰਮਲ ਰੂਪ ਵਿੱਚ ਗਲੋਂ ਨਾ ਵਗਾ ਮਾਰਿਆ ਹੁੰਦਾ ਤਾਂ ਉਹਨਾਂ ਦੇ ਕਦਮ ਵੀ ਲਾਜ਼ਮੀ ਡਗਮਗਾ ਗਏ ਹੁੰਦੇ। ਜੇਕਰ ਉਹਨਾਂ ਵੀ ਅਕਾਲੀ ਆਗੂਆਂ ਵਾਂਗ ਇਹੀ ਸੰਸੇ ਸਹੇੜ ਰੱਖੇ ਹੁੰਦੇ ਕਿ ਉਹਨਾਂ ਦੀ ਸ਼ਹਾਦਤ ਨਾਲ ਕਿਤੇ ਸਿੱਖ ਕੌਮ ਦੀ ਦੇਸ਼ ਭਗਤੀ ਤੇ ਵਫਾਦਾਰੀ ਉਲਟੀ ਕਰਵਟ ਨਾ ਲੈ ਜਾਵੇ ਜਾਂ ਇਸ ਨਾਲ ਹਿੰਦੂ ਸਿੱਖ ਰਿਸ਼ਤੇ ਅੰਦਰ ਹੋਰ ਵੱਧ ਕੜਵਾਹਟ ਤਾਂ ਨਹੀਂ ਪੈਦਾ ਹੋ ਜਾਵੇਗੀ, ਤਾਂ ਉਹ ਵੀ ਲਾਜ਼ਮੀ ਦੁਚਿਤੀ ਤੇ ਡਾਵਾਂ ਡੋਲਤਾ ਦਾ ਸ਼ਿਕਾਰ ਹੋ ਗਏ ਹੁੰਦੇ। ਜੇਕਰ ਸੰਤ ਭਿੰਡਰਾਂ ਵਾਲਿਆਂ ਨੇ ਆਪਣੀ ਸ਼ਹਾਦਤ ਨਾਲ ਇਸ ਅਕਾਲੀ ਪਰੰਪਰਾ ਦਾ ਅਮਲੀ ਰੂਪ ਵਿੱਚ ਖੰਡਨ ਕਰਕੇ ਪੰਥ ਅੰਦਰ ਨਵੀਂ ਸੋਚ ਅਤੇ ਨਵੀਂ ਰੂਹ ਦਾ ਸੰਚਾਰ ਨਾ ਕੀਤਾ ਹੁੰਦਾ ਤਾਂ ਜੂਨ 84 ਦੇ ਦਿਲ ਝੰਜੋੜੂ ਘਟਨਾਕ੍ਰਮ ਤੋਂ ਬਾਅਦ ਭਾਈ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੇ ਮਨ ਅੰਦਰ ਜਾਗੀ ਬਦਲੇ ਦੀ ਭਾਵਨਾ ਅੰਦਰੋਂ ਅੰਦਰ ਹੀ ਦੱਬ ਘੁੱਟ ਕੇ ਖਤਮ ਹੋ ਗਈ ਹੁੰਦੀ। ਜੇਕਰ ਭਾਈ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਵੀ ਅਕਾਲੀ ਆਗੂਆਂ ਵਾਲੇ ਹੀ ਸੰਥੇ ਸਹੇੜੇ ਹੁੰਦੇ ਤਾਂ 31 ਅਕਤੂਬਰ 1984 ਦੀ ਸਵੇਰ ਵੀ ਨਿੱਤ ਵਾਂਗ ਹੀ ਆਮ ਦੀ ਤਰ੍ਹਾਂ ਗੁਜ਼ਰ ਗਈ ਹੁੰਦੀ। ਪਰ 31 ਅਕਤੂਬਰ 1984 ਦੀ ਸਵੇਰ ਆਮ ਵਾਂਗ ਨਹੀਂ ਗੁਜ਼ਰੀ ਅਤੇ ਉਸ ਤੋਂ ਅਗਲੇ ਦਿਨ ਵੀ ਆਮ ਵਾਂਗ ਨਹੀਂ ਗੁਜ਼ਰੇ। ਜਿਸ ਭਾਣੇ ਨੂੰ ਟਾਲਣ ਲਈ ਅਕਾਲੀ ਆਗੂ ਹਿੰਦੂ ਹਾਕਮਾਂ ਦੀ ਹਰ ਵਧੀਕੀ ਤੇ ਹਰ ਅਪਮਾਨ ਨੂੰ ਚੁੱਪਚਾਪ ਜਰ ਲੈਂਦੇ ਰਹੇ ਸਨ, ਆਖਰਕਾਰ ਉਹ ਭਾਣਾ ਵਰਤ ਕੇ ਹੀ ਰਿਹਾ। ਸਿੱਖ ਕੌਮ ਦੇ ਵੱਡੇ ਹਿੱਸਿਆਂ ਨੂੰ ਦੇਸ਼ ਬੇਗਾਨਾ ਲੱਗਣ ਲੱਗ ਪਿਆ। ਹਿੰਦੂਆਂ ਤੇ ਸਿੱਖਾਂ ਵਿਚਕਾਰ ਲਹੂ ਦੀ ਇੱਕ ਡੂੰਘੀ ਲਕੀਰ ਖਿੱਚੀ ਗਈ ਅਤੇ ਨੌਜਵਾਨ ਸਿੱਖ ਵਰਗ ਦਾ ਅਹਿੰਸਾ ਦੇ ਸਿਧਾਂਤ ਤੋਂ ਬੁਰੀ ਤਰ੍ਹਾਂ ਮੋਹ ਭੰਗ ਹੋ ਗਿਆ। ਇਹ ਠੀਕ ਹੋਇਆ ਜਾਂ ਗਲਤ, ਇਸ ਸਵਾਲ ਦਾ 2 ਹਰਫਾਂ ਵਿੱਚ ਜਵਾਬ ਸੰਭਵ ਨਹੀਂ। ਇਸ ਸਵਾਲ ਦਾ ਸਹੀ ਜਵਾਬ ਸਿੱਖ ਪੰਥ ਅੰਦਰ ਪੈਦਾ ਹੋਏ ਖਾੜਕੂਵਾਦ ਦੇ ਸਮੁੱਚੇ ਵਰਤਾਰੇ ਬਾਰੇ ਵਧੇਰੇ ਭਰਵੀਂ ਤੇ ਗਹਿਰੀ ਸਮਝ ਚੋਂ ਹੀ ਸੰਭਵ ਹੋ ਸਕਦਾ ਹੈ। ਸਿਰਲੇਖ 2 ਪਾਟਵੇਂ ਰੁਝਾਨ। 2 ਅਲੱਗ-ਅਲੱਗ ਅਕਾਲੀ ਦਲਾਂ ਦੇ ਹੋਂਦ ਵਿੱਚ ਆ ਜਾਣ ਤੋਂ ਬਾਅਦ ਦੋਵਾਂ ਧੜਿਆਂ ਵਿਚਕਾਰ ਆਪਸੀ ਤਾਕਤ ਅਜਮਾਈ ਦਾ ਸਿਲਸਿਲਾ ਆਰੰਭ ਹੋ ਗਿਆ। ਦੋਨੋਂ ਗੁੱਟਾਂ ਨੇ ਅਕਾਲੀ ਦਲ ਦੇ ਜਨਰਲ ਹਾਊਸ ਦੇ ਡੈਲੀਗੇਟਾਂ, ਸਰਕਲ ਜਥੇਦਾਰਾਂ, ਸ਼੍ਰੋਮਣੀ ਕਮੇਟੀ ਮੈਂਬਰਾਂ, ਵਿਧਾਇਕਾਂ ਤੇ ਅਹੁਦੇਦਾਰਾਂ ਦੀ ਬਹੁ ਗਿਣਤੀ ਜੁਟਾਉਣ ਦੇ ਸਿਰ ਤੋੜ ਯਤਨ ਸ਼ੁਰੂ ਕਰ ਦਿੱਤੇ। ਇਸ ਜ਼ੋਰ ਅਜਮਾਈ ਵਿੱਚ ਮਾਸਟਰ ਤਾਰਾ ਸਿੰਘ ਨੂੰ ਕਈ ਪੱਖਾਂ ਤੋਂ ਗੈਰ ਲਾਹੇਵੰਦੀ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਕ ਤਾਂ ਪੰਥ ਅੰਦਰ ਆਮ ਰੌਂ ਉਸ ਦੇ ਬਹੁਤਾ ਪੱਖ ਵਿੱਚ ਨਹੀਂ ਸੀ, ਦੂਜਾ ਪ੍ਰਤਾਪ ਸਿੰਘ ਕੈਰੋਂ ਮਾਸਟਰ ਤਾਰਾ ਸਿੰਘ ਨੂੰ ਆਪਣਾ ਅਵਲ ਦੁਸ਼ਮਣ ਮਿੱਥ ਕੇ ਚੱਲ ਰਿਹਾ ਸੀ ਅਤੇ ਉਸ ਦੀ ਲੀਡਰਸ਼ਿਪ ਨੂੰ ਢਾਹ ਲਾਉਣ ਲਈ ਮਾਸਟਰ ਵਿਰੋਧੀ ਅਕਾਲੀ ਧੜੇ ਦੀ ਖੁੱਲ੍ਹ ਕੇ ਹਮਾਇਤ ਕਰ ਰਿਹਾ ਸੀ। ਪੰਜਾਬ ਦਾ ਹਿੰਦੂ ਵਰਗ ਅਕਾਲੀ ਦਲ ਨੂੰ ਪਾੜਨ ਅਤੇ ਖਿੰਡਾਉਣ ਦੀ ਨਕਾਰੀ ਭਾਵਨਾ ਚੋਂ ਹੀ ਸੰਤ ਫਤਿਹ ਸਿੰਘ ਦੀ ਹੌਸਲਾ ਅਫਜ਼ਾਈ ਕਰ ਰਿਹਾ ਸੀ। ਕਮਿਊਨਿਸਟ ਤਾਕਤਾਂ ਨੇ ਵੀ ਮਾਸਟਰ ਤਾਰਾ ਸਿੰਘ ਦੀ ਕੱਟੜ ਸਿੱਖ ਪ੍ਰਸਤੀ ਨੂੰ ਭਾਂਜ ਦੇਣ ਅਤੇ ਸੰਤ ਫਤਿਹ ਸਿੰਘ ਦੀ ਅਫਿਰਕੂ ਸੋਚ ਨੂੰ ਤਕੜਾਈ ਬਖਸ਼ਣ ਦੇ ਮੰਤਵ ਅਧੀਨ ਸੰਤ ਧੜੇ ਨੂੰ ਆਪਣੀ ਹਮਾਇਤ ਜਟਾਉਣ ਦਾ ਪੈਂਤੜਾ ਅਖਤਿਆਰ ਕਰ ਲਿਆ ਹੋਇਆ ਸੀ। ਇਹਨਾਂ ਸਾਰੇ ਪੱਖਾਂ ਦੇ ਰਲਵੇਂ ਅਸਰ ਸਦਕਾ ਮਾਸਟਰ ਧੜੇ ਨੂੰ ਸੰਤ ਗੁੱਟ ਹੱਥੋਂ ਇੱਕ ਤੋਂ ਬਾਅਦ ਦੂਜੇ ਮੋਰਚੇ ਤੇ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। 2 ਅਕਤੂਬਰ 1962 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਮਾਸਟਰ ਤਾਰਾ ਸਿੰਘ ਦੇ ਹਮਾਇਤੀ ਸਰਦਾਰ ਕਿਰਪਾਲ ਸਿੰਘ ਚੱਕ ਸ਼ੇਰਾਂਵਾਲਾ ਦੇ ਖਿਲਾਫ 72 ਦੇ ਮੁਕਾਬਲੇ 76 ਵੋਟਾਂ ਦੇ ਫਰਕ ਨਾਲ ਬੇਰੋਸਗੀ ਦਾ ਮਤਾ ਪਾਸ ਕਰ ਦਿੱਤਾ। ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ। ਕੈਰੋਂ ਸਰਕਾਰ ਨੇ ਮਾਸਟਰ ਧੜੇ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਹਕੂਮਤੀ ਤਾਕਤ ਅਤੇ
ਅਸਰ ਰਸੂਖ ਦੀ ਨੰਗੀ ਵਰਤੋਂ ਕੀਤੀ। ਸ਼੍ਰੋਮਣੀ ਕਮੇਟੀ ਦੇ ਕਾਂਗਰਸ ਅਤੇ ਕਮਿਊਨਿਸਟ ਪੱਖੀ ਮੈਂਬਰਾਂ, ਜਿਨ੍ਹਾਂ ਦੀ ਗਿਣਤੀ 6 ਦੇ ਕਰੀਬ ਸੀ, ਨੇ ਸੰਤ ਦਲ ਦਾ ਖੁੱਲ੍ਹ ਕੇ ਸਾਥ ਦਿੱਤਾ। ਮਾਸਟਰ ਧੜੇ ਹੱਥੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਖੁੱਸ ਜਾਣ ਤੇ ਪੰਜਾਬ ਦੀ ਹਿੰਦੂ ਪ੍ਰੈਸ ਅਤੇ ਹਿੰਦੂ ਵਰਗ ਨੇ ਕੋਈ ਬਹੁਤ ਹੀ ਵੱਡਾ ਮੋਰਚਾ ਸਰ ਕਰ ਲੈਣ ਵਰਗੀ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।